अस्सलाम वालेकुम दोस्तों, मैं ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ ਤੇ ਤੁਸੀਂ ਵੇਖਦੇ ਪਿਓ ਡਿਜੀਟਲ ਕਿਸਾਨ ਪਾਕਿਸਤਾਨ। ਕਿਸਾਨ ਵੀ ਭਰਾਓ, ਇਸ ਵਾਰੀ ਕਿਸਾਨਾਂ ਨਾਲ ਹੁੰਦਾ ਪਿਆ ਬੜਾ ਮੰਦਾ। ਪਹਿਲੇ ਕਣਕ ਦਾ ਰੇਟ ਕੋਈ ਨਹੀਂ ਸੀ, ਫਿਰ ਮਕਈ ਦਾ ਰੇਟ ਕੋਈ ਨਹੀਂ ਸੀ, ਤੇ ਫਿਰ ਹੀ ਜਨਾਬ ਆ ਗਈ ਮੂੰਜੀ ਤੇ ਉਮੀਦਾਂ ਹੈਗੀਆਂ ਸਨ। ਮੂੰਜੀ ਦਾ ਝਾੜ ਘੱਟ ਹੈ ਤੇ ਰੇਟ ਵੀ ਘੱਟ ਹੈ, ਤੇ ਬੈਕ ਸਾਈਡ ਤੇ ਖੇਲਾਂ ਨਿਕਲੀਆਂ ਪਈਆਂ ਨੇ ਮਕਈ ਵਾਸਤੇ। ਕਿਸਾਨ ਭਾਈ ਪੁੱਛਣੇ ਆ ਵੀ ਥੋੜੇ ਟਾਈਮ ਬਾਅਦ ਕਣਕ ਦਾ ਵਕਤ ਆ ਜਾਣਾ, ਕਣਕ ਕਿਉਂ ਨਹੀਂ ਲਗਾਉਂਦੇ ਪਏ ਤੇ ਮਕਈ ਵਾਲੀ ਸਾਈਡ ਤੇ ਲੱਗੇ ਪਏ ਨੇ, ਤੇ ਵਜ੍ਹਾ ਜਾਣਦੇ ਆ ਜਨਾਬ। ਤੇ ਕਿਸਾਨ ਭਾਈ ਕੀ ਕਹਿੰਦੇ ਨੇ, ਤਾਂ ਉਹ ਚਲੀਏ ਗੱਲ ਕਰੀਏ। ਅੱਛਾ ਕਰੋ ਜੀ ਦੋਸਤੋ, ਆ ਪਲੰਟਰ ਪੈ ਗਿਆ ਜੀ, ਟਰੈਕਟਰ ਹੈਗਾ ਜੀ MS 385 ਤੇ ਜ਼ਫਰ ਭਾਈ ਹੈਗੇ ਨੇ ਟਰੈਕਟਰ ਦੇ ਉੱਤੇ ਗੱਲ ਕਰਨੇ। ਜ਼ਫਰ ਭਾਈ ਬੰਦ ਇੱਕ ਮਿੰਟ ਕਰਿਆ। अस्सलाम वालेकुम जी। वालेकुम सलाम। मैं आपके दोस्तों ਨੂੰ ਦੱਸ ਲਿਆ ਪਹਿਲੇ ਵੀ ਕਣਕ ਦਾ ਰੇਟ ਕੋਈ ਨਹੀਂ ਲੱਭਿਆ, ਮਕਈ ਦਾ ਰੇਟ ਕੋਈ ਨਹੀਂ ਲੱਭਿਆ, ਤੇ ਦਾਈਆਂ ਨੇ ਅਖੀਰ ਕਰ ਦਿੱਤੀ ਹੈ। ਤੇ ਹੁਣ ਜਨਾਬ ਵਕਤ ਆਉਣ ਵਾਲਾ ਹੈ ਕਣਕ ਦਾ, ਮਹੀਨੇ ਡੇਢ ਬਾਅਦ ਕਣਕ ਲੱਗਣੀ ਹੈ। ਹਾਂਜੀ। ਤੇ ਮੇਰਾ ਕਜ਼ਨ ਜ਼ਫਰ ਜਿਹੜਾ ਹੈ ਇਹ ਮਕਈ ਨੂੰ ਸ਼ੁਰੂ ਹੋ ਗਿਆ ਹੈ। ਵਜ੍ਹਾ ਕੀ ਹੈ ਵੀ ਆਪਾਂ ਕਣਕ ਕਿਉਂ ਨਹੀਂ ਲਾਉਂਦੇ ਪਏ, ਇਹਦੇ ਬਾਰੇ ਦੱਸੋ ਨਾ ਸਾਡੇ ਦੋਸਤਾਂ ਨੂੰ। ਕਣਕ ਇੱਕ ਤਾਂ ਦਾਈ ਨਹੀਂ ਹੋਏ ਵੱਡੇ, ਝਾੜ ਨਹੀਂ ਨਿਕਲਿਆ। ਝਾੜ ਨੇ ਨਿਕਲਾ ਵੀ ਅੱਲਾਹ ਤਾਲਾ ਮਨੂੰ ਕੋਈ ਬੇਦ ਦੀ ਵਜ੍ਹਾ ਤੋਂ, ਕੋਈ ਅੱਲਾਹ ਤਾਲਾ ਮਨੂੰ ਅਜ਼ਾਬ ਹੈ ਕਿਸਾਨਾਂ ਤੇ। ਸਹੀ। ਤੇ ਹੁਣ ਜੇ ਅਗਰ ਕਣਕ ਨੂੰ ਵੇਖੀਏ ਤਾਂ 8 ਮਹੀਨੇ ਪੈ ਨੂੰ ਵੀ 2 ਮਹੀਨੇ ਹੁਣ ਲੱਗਣ ਦੇ ਟਾਈਮ ਅਕਤੂਬਰ ਦੇ ਐਂਡ ਤੱਕ ਗੜੀਣੀ ਹੈ। ਨਵੰਬਰ ਹੀ ਸ਼ੁਰੂ ਹੋ ਜਾ ਸੀ, ਠੀਕ ਹੈ। ਹਾਂਜੀ। ਤੇ ਅੱਗੋਂ ਮੁੜ 6 ਮਹੀਨੇ ਉਡੀਕੀਏ, 8 ਮਹੀਨੇ ਤੇ 8 ਮਹੀਨੇ ਅੱਗੇ ਉਹਦੇ ਸ਼ੈਂਕ ਕੋਣੀ ਆਏ ਤੇ ਮੁੜ 8 ਮਹੀਨੇ ਮੁੜ ਵੇਟ ਕਰੀਏ ਤੇ ਕੀ ਪਤਾ ਮੁੜ ਵੀ ਕਣਕ ਦਾ ਵੀ ਸੁਣਿਆ ਹੈ ਵੀ ਕੱਲ ਖਬਰਾਂ ਦੱਸਦੇ ਪਏ ਵੀ ਇਹ ਮਹਿਕਮਾ ਖਤਮ ਕਰ ਦਿੱਤਾ ਨੇ ਗਵਰਨਮੈਂਟ ਪੰਜਾਬ ਨੇ, ਬਈ ਕਣਕ ਦੀ ਖਰੀਦਦਾਰੀ ਵਾਲੇ। ਹਾਂਜੀ IMF ਆਖਿਆ ਵੀ ਇਹ ਮਹਿਕਮਾ ਖਤਮ ਕਰੋ। ਤੇ ਫਿਰ ਖਰੀਦੋ ਫਰੋਖਤ ਕਿਵੇਂ ਹੋਵੇਗੀ? ਇਹ ਜਿਵੇਂ ਪ੍ਰਾਈਵੇਟ ਦੂਜੇ ਅਦਾਰੇ ਕਰਦੇ ਪਏ ਨੇ, ਜਿਵੇਂ ਮੂੰਜੀ ਹੁੰਦੀ ਪਈ ਹੈ ਆ ਜਿਵੇਂ ਆੜਤਾਂ ਵਾਲੇ ਤੇ ਅਗਾਂ ਸ਼ੈਲਰਾਂ ਵਾਲੇ ਤੇ ਇਸੇ ਤਰੀਕੇ ਵੀ ਮਿੱਲਾਂ ਵਾਲੇ ਆਪੇ ਆਦਾ ਰੇਟ ਤੈਅ ਕਰਸਨ ਜੀ। ਉਹਨਾਂ ਦਾ ਉਸੇ ਤੋਂ ਖਰੀਦ ਲੈ ਸਨ, ਨਹੀਂ ਆਉਣਾ ਤਾਂ ਬੰਦ ਹੋ ਜਾਣਾ। ਠੀਕ ਹੈ। ਤੇ ਅਗਰ ਆਪਾਂ ਕਣਕ ਲਾਣੇ ਹੈ ਤੇ ਤੁਹਾਡਾ ਕੀ ਖਿਆਲ ਹੈ ਵੀ ਕਣਕ 'ਚ ਕਿੰਨਾ ਆਪਾਂ ਨੂੰ ਨੁਕਸਾਨ ਹੋਵੇਗਾ? ਨੁਕਸਾਨ ਤਾਂ ਮੁੜ 8 ਮਹੀਨਿਆਂ ਤੋਂ ਬਾਅਦ ਪਤਾ ਲੱਗ ਸੀ ਵੀ ਫਾਇਦਾ ਹੈ ਜਾਂ ਨੁਕਸਾਨ ਹੈ। ਨਹੀਂ ਕੋਈ ਖਿਆਲ ਤਾਂ ਚਾਂਸ ਕੋਣੀ ਵੀ ਅਗਰ ਵੀ ਵੇਖੋ ਨਾ ਝਾੜ ਨਿਕਲੇਗਾ ਮਤਲਬ ਪੈਦਾਵਾਰ 6 ਮਹੀਨੇ ਹੋ ਗਏ ਨੂੰ ਜੀ ਜੀ। ਤੇ ਹਾਲਾਂਕਿ ਕਣਕ ਜਿਲੇ ਵਿਕ ਜਾਂਦੀ ਨੇ ਵਿਸਾਖ ਤੋਂ ਬਾਅਦ, ਉਸ ਤੋਂ ਅਗਲੇ ਮਹੀਨੇ ਉਹਦਾ ਜਿਹੜਾ ਗਵਰਨਮੈਂਟ ਦਾ ਰੇਟ ਹੁੰਦਾ ਉਹਦੇ ਨਾਲ ਕੋਈ 100-150 ਉੱਤੇ ਰੇਟ ਮਿਲਣ ਲੱਗ ਪੈਂਦਾ। ਤੇ ਹੁਣ ਮੇਰਾ ਖਿਆਲ ਹੈ ਵੀ ਉਹ ਰਿਆਜ਼ ਹੀ ਵੇਚਦਾ ਪਿਆ ਖਰੇ 2600 ਨੂੰ ਕਿ 2650 ਨੂੰ। ਹੁਣ ਰੇਟ ਮਤਲਬ 2500 ਚੱਲਦਾ ਪਿਆ। ਤੇ ਹੁਣ ਤੁਹਾਡਾ ਖਿਆਲ ਹੈ ਵੀ ਇੱਕ ਦਿਨ ਪਹੁੰਚ ਜਾ ਤੇ ਦੇਣੀ ਹੈ ਮੰਡੀ ਜਿਸ ਕੁਆੜ ਦੇ ਕੱਟਣ ਇੱਥੋਂ ਆਪਣਾ ਖਰਚਾ ਵੀ 150 ਪੈ ਜਾਂਦਾ ਟਰੈਕਟਰ ਆਦਾ ਹੋਵੇ ਤਾਂ। ਮਤਲਬ ਵੀ ਇੱਕ ਤਾਂ ਇਹਦੀ ਪੈਦਾਵਾਰ ਹੈ 40 ਤੋਂ 50 ਮਣ ਹੈ ਆਪਣੇ ਏਰੀਆ 'ਚ, ਤੇ ਅਗਰ ਰੇਟ ਹੋਵੇ 2500 ਤੇ ਮੇਰਾ ਖਿਆਲ ਹੈ ਵੀ ਇਹ ਲੱਖ ਰੁਪਏ ਦਾ ਕਿੱਲਾ ਲਾਉਂਦੇ ਪਏ ਵੀ ਇਹ ਟਰੱਕਾਂ ਵਾਲੇ ਲੈ ਜਾਂਦੇ ਨੇ ਕਸੂਰ ਵਾਲੇ ਲਾਹੌਰ ਵਾਲੇ ਮਾਲ ਮੂਲ ਵਾਸਤੇ। ਅੱਛਾ। ਇਹਦੇ ਚ ਕੁਦਵਾਨੀ ਲੱਭ ਜਾਸੀ ਉਤੋਂ ਬਾਰੀਆ ਚਲਾ ਸਾਂ। ਚਲੋ ਉਸ ਇਹਨਾਂ 8 ਮਹੀਨਿਆਂ ਚ 2 ਫਸਲਾਂ ਹੋ ਜਾਸਨ, ਕਣਕ ਲਾਈਏ ਤੇ ਇੱਕੋ ਫਸਲ ਉਸੀ। ਮਤਲਬ ਵੀ ਉਹਦੇ ਵਿੱਚ ਆਪਾਂ ਇਹ ਅਗਰ ਫਸਲ ਲਗਾਣਾ ਮਕਈ ਵਾਲੀ 2 ਫਸਲਾਂ 2 ਵਾਰੀ ਲੱਗ ਜਾਸੀ, ਇਹਦੇ ਵਿੱਚ ਮਤਲਬ ਲੱਖ ਰੁਪਏ ਬਚ ਜਾਸੀ। ਵੀ ਬਚੇ ਤਾਂ ਕੁਝ ਤਾਂ ਬਚੀ ਤਾਂ ਸਹੀ ਨਾ, ਪੱਲੂ ਤਾਂ ਨਹੀਂ ਜਾਣੇ। ਤੇ ਜੇ ਅਗਰ ਕਣਕ ਆਪਾਂ ਲਾਣੇ ਹੁਣ ਤਾਂ ਜ਼ਿਮੀਦਾਰੇ ਜਾਂ ਦੇ ਵੀ ਪੈਸੇ ਵਟਿੰਦੇ ਹੀ ਰਵਣ ਤੇ ਇਹਨਾਂ ਵੀ ਲੱਖ ਹੈ ਵੀ ਆ ਸਾਰੇ ਲੱਖ ਤਬਾਦਲਾ ਹੁੰਦਾ ਰਵੇ ਇੱਕ ਪਾਸੇ ਆਵਣ ਦੂਜੇ ਪਾਸੇ ਚਲੇ ਜਾਣ। ਹਾਂਜੀ, ਸਰਕਟ ਚੱਲਦਾ ਰਵੇ। ਹਾਂਜੀ। ਤੇ ਇਹ ਹੁਣ ਮਿੰਦਰ ਸਾਹਿਬ ਆਪਾਂ ਹੁਣ ਕਿਹੜੀ ਵੈਰਾਈਟੀ ਲਾਉਂਦੇ ਪਏ? ਇਹ ਹੁਣ ਖੇਲੀਆਂ ਗੱਡ ਤੇ ਆ ਫੇਰਾ ਇੱਕ ਰਹਿੰਦਾ ਸੀ ਕੰਨੀਆਂ ਵਾਲਾ। ਅੱਛਾ। ਤੇ ਹੁਣ ਸ਼ਹਿਰ ਦਾ ਰੁੱਖ ਕਰਸਾਂ ਵੀ ਕਿਹੜਾ ਲਈ ਜਾਂ 30-87 ਲਾ ਸਾਂ ਜਾਂ 626 ਲਾ ਲੈ। ਤੇ ਇਹ ਮੈਨੂੰ ਦੱਸੋ ਵੀ 20 ਦਾ ਰੇਟ ਰੂਟ ਕੀ ਚੱਲਦਾ ਪਿਆ? ਘਟਿਆ ਹੈ ਕੋਈ ਨਹੀਂ, ਕਿਉਂਕਿ ਆਪਣੀ ਤਾਰਿਸ਼ਾਂ ਘਟ ਗਈ ਹੈ 20 ਦੇ ਰੇਟ। ਜਿੱਲੇ ਉਹਨਾਂ ਨੂੰ ਪਤਾ ਲੱਗਾ ਵੀ ਦਾਈ ਹੋਏ ਕੋਈ ਨਹੀਂ, ਉਹ ਵਡਾਈ ਆਂਦੇ ਨੇ ਤੇ ਜ਼ਿਮੀਦਾਰ ਲਾਈ ਆਂਦੇ ਨੇ। ਤੇ ਜਿਨ੍ਹਾਂ ਨੂੰ ਪੁੱਛਦਾ ਹੀ ਕੋਈ ਨਹੀਂ ਆ 626 ਹੈ ਜਾਂ 30-87 ਹੈ ਜਾਂ ਹੋਰ ਇੱਕਾ ਦੁੱਕਾ ਇਹਨੂੰ, ਉਹ ਸੀਡ ਜਿਨ੍ਹਾਂ ਨੂੰ ਕੋਈ ਪਹਿਲੇ ਪੁੱਛਦਾ ਹੀ ਨਹੀਂ, ਇਹਨਾਂ ਨੂੰ ਪੁੱਛਦਾ ਹੀ ਕੋਈ ਨਹੀਂ ਆ ਬੇਨਸਲੇ ਜਾਏ। ਉਹਨਾਂ ਦੀ ਵੀ ਹੁਣ ਮੰਗ ਇੰਨੀ ਹੈ ਤੇ ਜ਼ਿਮੀਦਾਰ ਇਹ ਆਂਦਾ ਵੀ ਹੁਣ ਉਹ ਜਾ ਤੇ ਨਹੀਂ ਪੁੱਛਦਾ ਮੈਂ ਆ ਲੈਣਾ ਆਂਦਾ ਸਾਰਿਆਂ ਨੂੰ ਸਸਤਾ ਕਿਹੜਾ ਹੈ, ਸਾਰਿਆਂ ਨੂੰ ਸਸਤਾ ਕਿਹੜਾ ਉਹ ਲਾਣਾ, ਉਹ ਲਾ ਲਈਏ। ਅੱਛਾ। ਪਿਛਲੇ ਦਿਨ ਆਪਾਂ ਮੰਗਿਆ 2 ਨੰਬਰੀ ਵੀ ਗਣੀ ਹੁੰਦੀ ਹੈ, ਸਸਤਿਆਂ 2 ਨੰਬਰੀ ਵੀ। ਤੇ ਹੁਣ ਵੀ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਚੱਲਦਾ ਪਿਆ? ਇਹ 6.5 ਦਾ ਹੈ 626। ਅੱਗੇ ਮੈਂ ਕਿੱਲਾ ਲਾਇਆ 626। ਅੱਛਾ। ਉਹ ਆਇਆ ਦੂਜਾ
6500 ਦਾ ਤੇ 500 ਦੇ ਉੱਤੇ ਦਵਾਈ ਟੇਜ ਦੀ 7000 ਹੋ ਗਿਆ 7000 ਹੋ ਤੇ ਗਿਆ। ਮੰਗ ਤਾਂ ਮੰਗਾ ਆਇਆ ਕਿੰਨੀ? 8148 ਉਹ 20 ਮਿੰਟ ਟਕਰਾ 17600 ਠੀਕ ਹੈ। ਉਹਦੇ ਉੱਤੇ ਮੁੜ ਮਹਿੰਗੀ ਦਵਾਈ ਲਾਈ ਹੈ ਕਰੋਜ਼ਰ ਉਹ 1100 ਦੀ ਆਈ ਹੈ। ਮਤਲਬ 20 ਮਹਿੰਗਾ ਤੇ ਦਵਾਈਆਂ ਵੀ ਮਹਿੰਗੀਆਂ, ਖਰਚੇ ਵੀ ਜ਼ਿਆਦਾ। ਆਹ, ਤੇ ਇਹ ਮੈਨੂੰ ਦੱਸੋ, ਪਹਿਲੇ ਆਪਾਂ ਲਗਾਈ ਹੈ ਟਰੈਕਟਰ ਵਾਲੀ ਮਸ਼ੀਨ ਲਿਆਂਦੀ ਹੈ, ਅੱਜ ਫਿਰ ਆਪਾਂ ਬੈੱਡ ਬਣਾਉਂਦੇ ਪਏ, ਅੱਜ ਲੇਬਰ ਤੋਂ ਲਗਾਉਂਦੇ ਪਏ, ਇਹਦਾ ਕੋਈ ਬੈਨੀਫਿਟ ਆਪਾਂ ਨੂੰ ਮਤਲਬ ਇਹ ਉਹ ਠੀਕ ਹੈ ਹੈਗਾ ਜਾਂ ਦੋਨੋਂ ਅਸਲ ਠੀਕ ਨੇ? ਕਿੱਲਾ ਉਵੇਂ ਵੱਖਰਾ ਜਿਹਾ। ਅੱਛਾ ਇਹ ਹੁਣ ਹੈ ਉਵੇਂ ਪਲਾਟ ਤੇ ਹੱਟ ਤੇ ਨਾਕਵਾਂ ਦਾ ਉਹਦਾ ਬੜਾ ਮਸਲਾ ਬਣਿਆ। ਸਹੀ, ਮਤਲਬ ਇਹ ਜ਼ਿਆਦਾ ਆਪ ਉਹ ਦੁਬਾਰਾ ਖਬੇਲ ਲਾਉਣੀ ਪਵੇ। ਦੁਬਾਰਾ ਲਾਉਣੀ ਪਵੇ ਆਈ ਤੇ ਉਹ ਕਿੱਲਾ ਹੁੰਦਾ ਤੇ ਚਰਲ ਚਾਰੇ ਚੁੰਡਾ ਕਰਤੇ ਤੇ ਵਿੱਚ ਆਡੂ ਵੀ ਨਹੀਂ ਪਾਉਣੇ ਤੇ ਐਵੇਂ ਲਾ ਤੇ ਇਹ ਮੈਨੂੰ ਦੱਸੋ ਵੀ ਇਹਦੇ ਤੇ ਹੁਣ ਖਰਚਾ ਕੀ ਆਵੇਗਾ? ਇਹ ਖਰਚਾ ਆ ਜਾਣਾ ਕੋਈ ਤਕਰੀਬਨ 50-60 ਹਜ਼ਾਰ ਆ ਹੀ ਜਾਣਾ। ਕਿੰਨੀਆਂ ਬੋਰੀਆਂ ਯੂਰੀਆ ਡੀਏਪੀ, ਇਹ ਇੱਕ ਡੀਏਪੀ ਲਾਸ ਹੈ, 4 ਯੂਰੀਆ ਲਾਸ ਹੈ, ਬਾਕੀ ਬੀਜ ਦੇ ਖਰਚੇ, ਸਪਰੇਵਾਂ ਦੇ ਦੇ ਖਰਚੇ, ਸਪਰੇ ਦੇ ਕੋਈ ਪੋਟਾਸ਼ ਲਿਕਵਿਡ ਜ ਲਾਸ ਹੈ, ਚਾ ਕੋਈ ਜ਼ਿੰਕ ਸਲਫਰ ਹੋਰ। ਤਕਰੀਬਨ 60-70 ਹਜ਼ਾਰ ਖਰਚਾ ਆ ਸੀ, ਹਾਂਜੀ ਲੱਖ ਸਵੇ ਦਾ ਵਿਕ ਜਾ ਸੀ, 25-30 ਹਜ਼ਾਰ ਬਚ ਜਾ ਸੀ, ਫਿਰ ਅਗਲੀ ਮਗਈ ਬਾਹਰੀ ਆ ਜਾ ਸੀ, ਹਾਂ। ਉਹਦੇ ਚ ਕੋਈ 50 ਹਜ਼ਾਰ ਲੱਖ ਬਚ ਜਾ ਇਹ ਸੀ। ਆਦੀ ਜ਼ਮੀਨ ਵਾਲੇ ਨੂੰ ਠੇਕੇ ਵਾਲੇ ਨੂੰ ਨਹੀਂ। ਹਾਂ ਬਿਲਕੁਲ ਸਹੀ, ਠੀਕ ਹੋ ਗਏ। ਚਲਾਓ ਜੀ, ਅੱਲਾ ਨੇ ਯਾਦ ਕਰਕੇ। ਤੇ ਕਿਸਾਨ ਵੀਰ ਬ్రో 385 ਮੇਡ ਇਨ ਪਾਕਿਸਤਾਨ। ਤੇ ਇਹ ਹੁਣ ਕੀ ਹੋ ਗਿਆ? ਪਲਾਂਟਰ ਦੋਸਤੋ, ਤੇ ਖੇਲਾਂ ਜਿਹੜੀਆਂ ਨੇ ਇਹ ਤਕਰੀਬਨ ਸਿੱਧੀਆਂ ਜਿਹੜੀਆਂ ਨੇ ਕੋਈ ਡਰਾਈਵਰ ਕੱਢ ਸਕਦਾ ਹੈ, ਬਾਕੀ ਆ ਤੁਹਾਡੇ ਸਾਹਮਣੇ ਹੈ। ਬਸ ਦਿਲ ਵੀ ਨਹੀਂ ਕਰਦਾ ਜ਼ਿਮੀਂਦਾਰਾਂ ਦਾ ਹੁਣ ਵੀ ਚੰਗੀਆਂ ਖੇਲਾਂ ਹੀ ਕੱਢ ਦਈਏ, ਕਹਿੰਦੇ ਨੇ ਬਸ ਚਲੋ ਹੁਣ ਚੁੰਡ ਛਡਾਉਣ ਵਾਲੀ ਕਰੀਏ, ਖਾਣਾ ਪੂਰੀ ਕਰੀਏ। ਅਗਰ ਮੈਂ ਇੱਕ ਗੱਲ ਕਰਨਾ ਚਾਹੁੰਦਾ, ਅਗਰ ਹੁਕੂਮਤ ਮਹਿਕਮਾ ਇਹ ਖਤਮ ਕਰ ਦਿੰਦੀ ਹੈ ਕਣਕ ਵਾਲਾ, ਖਰੀਦਦਾਰੀ ਵਾਲਾ, ਤੇ ਮੇਰਾ ਨਹੀਂ ਖਿਆਲ ਫਿਰ 1-2 ਸਾਲਾਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਕਣਕ ਦਾ ਬੁਰਾਨ ਜ਼ਰੂਰ ਜਨਮ ਲਵੇਗਾ। ਕਿਉਂਕਿ ਪਹਿਲੇ ਗਵਰਨਮੈਂਟ ਸਟਾਕ ਕਰਦੀ ਹੈ, ਫਿਰ ਫੈਕਟਰੀਆਂ ਸਟਾਕ ਕਰਨਗੇ, ਤੇ ਫੈਕਟਰੀਆਂ ਵਾਲੇ ਜਿਹੜੇ ਹੈਗੇ ਨੇ ਮਿਲ ਮਾਫੀਆ, ਉਹ ਫਿਰ ਆਪਣੀ ਮਰਜ਼ੀ ਦੇ ਨਾਲ ਨਾ ਕਿਸਾਨਾਂ ਨੂੰ ਦੇਵਣਗੇ ਦੂਸਰਾ ਆਟਾ, ਤੇ ਫਿਰ ਅੱਲਾ ਹੀ ਵਾਰਸ ਹੈ ਆਵਾਮ ਦਾ। ਤੇ ਦੋਸਤੋ ਕਨੀਆਂ ਵਾਲੇ ਫੇਰੇ ਸ਼ੇਰੇ ਮਾਰ ਕੇ ਨਾਕੂ ਨਿਕਲ ਜਾਸਣ ਦੇ, ਤੇ ਉਸ ਤੋਂ ਬਾਅਦ ਪਾਣੀ ਪਾ ਜਾ ਸੀ, ਲੇਬਰ ਆਵੇਗੀ ਤੇ ਮੱਕੀ ਲੱਗ ਜਾਸੀ ਦੋਸਤੋ। ਲੇਕਿਨ ਹਾਲ ਜਿਹੜਾ ਹੈ ਜ਼ਮੀਂਦਾਰਾਂ ਦਾ, ਕਿਸਾਨਾਂ ਦਾ, ਉਹ ਤੁਹਾਡੇ ਸਾਹਮਣੇ ਹੈ। ਤੇ ਜਿਸ ਤਰੀਕੇ ਕਿਸਾਨ ਫਸਲਾਂ ਵਿੱਚ ਘਾਟੇ 'ਚ ਜਾ ਰਹੇ ਨੇ, ਗਵਰਨਮੈਂਟ ਦੀ ਨਾਕਸ ਪਾਲਿਸੀਆਂ ਦੀ ਵਜ੍ਹਾ ਨਾਲ ਕਣਕ ਦਾ ਰੇਟ ਨਹੀਂ ਲੱਭਿਆ, ਮਕਈ ਦਾ ਰੇਟ ਨਹੀਂ ਲੱਭਿਆ, ਤਿਲੀ ਦਾ ਰੇਟ ਨਹੀਂ ਲੱਭਿਆ, ਹੁਣ ਆ ਕੇ ਨਾਕਸ ਬੀਜ ਲੱਭੇ ਕਿਸਾਨਾਂ ਨੂੰ, ਮੁੰਜੀ ਹੋਈ ਨਾ, ਤੇ ਰੇਟ ਵੀ ਮੁੰਜੀ ਦਾ ਪਿਛਲੇ ਸਾਲ ਦੀ ਨਿਸਬਤ ਅੱਧੋ ਅੱਧ, ਤੇ ਕਿਸਾਨ ਤਾਂ ਬਰਬਾਦ ਹੋ ਗਿਆ। ਲੇਕਿਨ ਇਹਦੇ ਨਾਲ ਨਾਲ ਜਿਹੜੇ ਸ਼ਹਿਰਾਂ ਵਾਲੇ ਦੋਸਤ ਹੈਗੇ ਨੇ, ਵੀਰ ਭਰਾ, ਦੁਕਾਨਾਂ ਵਾਲੇ, ਉਹ ਵੀ ਜਨਾਬ ਮੁੱਠਾਂ ਮੀਟ ਕੇ ਬੈਠੇ ਨੇ, ਤੇ ਗਲੀਆਂ ਵੱਲੇ ਤਕਾਉਂਦੇ ਨੇ, ਸੜਕ ਦੀਆਂ ਸੜਕਾਂ ਵੱਲ। ਸ਼ਹਿਰਾਂ ਵਾਲੇ ਜਨਾਬ ਬੈਠੇ ਨੇ ਦੁਕਾਨਾਂ ਤੇ ਤਕਾਉਂਦੇ ਪਏ ਜਨਾਬ ਪਿੰਡਾਂ ਦੇ ਰਾਹਾਂ ਵੱਲੇ, ਸੜਕਾਂ ਨੂੰ ਬਾਰ-ਬਾਰ ਤਕਾਉਂਦੇ ਨੇ, ਦੇਖਦੇ ਨੇ ਵੀ ਜਨਾਬ ਉਹ ਸਾਈਡ ਤੋਂ ਕੋਈ ਆ ਰਿਹਾ ਨਹੀਂ ਆ ਰਿਹਾ, ਵੀ ਉਹਨਾਂ ਦੀ ਕੁਛ ਸੇਲ ਹੋਵੇਗੀ। ਲੇਕਿਨ ਹਰ ਮਹੀਨੇ ਦਾ ਬਿਜਲੀ ਦਾ ਬਿੱਲ ਉਹ ਜਨਾਬ ਦੁਕਾਨਦਾਰਾਂ ਨੂੰ ਵੀ ਪੱਲੋਂ ਭਰਨਾ ਪੈਂਦਾ ਪਿਆ ਹੈ। ਤੇ ਸਾਰੀ ਖੁਸ਼ਹਾਲੀ ਜਨਾਬ ਕਿਸਾਨ ਨਾਲ ਹੈ, ਜ਼ਰਾਤ ਨਾਲ ਹੈ, ਕਿਉਂਕਿ ਜ਼ਰਾਤ ਮਈਸ਼ਤ ਦੀ ਰੀੜ੍ਹ ਦੀ ਹੱਡੀ ਹੈ। ਤੇ ਰੀੜ੍ਹ ਦੀ ਹੱਡੀ ਨੂੰ ਜਨਾਬ ਇਸ ਹਕੂਮਤ ਦੀਆਂ ਨਾਕਸ ਪਾਲਿਸੀਆਂ ਤੇ ਕੋਈ ਅੱਲਾ ਦੀ ਤਰਫੋਂ ਕਿਸਾਨਾਂ ਦਾ ਇਮਤਿਹਾਨ ਹੈ, ਤੇ ਨਤੀਜਾ ਤੁਹਾਡੇ ਸਾਹਮਣੇ ਹੈ। ਹਰ ਸ਼ੈ ਡਬਲ ਮਹਿੰਗੀ ਹੋ ਚੁੱਕੀ ਹੈ, ਤੇ ਕਿਸਾਨਾਂ ਦੇ ਫਸਲਾਂ ਦਾ ਰੇਟ ਕੋਈ ਨਹੀਂ। ਹੁਣ ਤੁਸੀਂ ਆ ਟਰੈਕਟਰ ਹੀ ਲੈ ਲਓ, ਜਦੋਂ 2000 ਰੇਟ ਹੈਗਾ ਸੀ ਮੁੰਜੀ ਦਾ ਜਾਂ ਕਣਕ ਦਾ, ਉਦੋਂ ਇਹਦਾ ਰੇਟ 17 ਲੱਖ ਹੈਗਾ ਸੀ, ਤੇ ਹੁਣ ਜਨਾਬ ਇਹਦਾ ਰੇਟ ਹੋ ਗਿਆ 37-38 ਲੱਖ ਰੁਪਈਆ, 37 ਲੱਖ ਤੇ 7000 ਤਕਰੀਬਨ।
ਤੇ ਕਿਸਾਨ ਦੀ ਜਿਹੜੀ ਫਸਲ ਹੈ ਉਹਦਾ ਰੇਟ ਅੱਧੋ ਅੱਧ ਤੇ ਮੁਲਕ ਦੇ ਵਿੱਚ ਬੇਚੈਨੀ ਬੇਯਕੀਨੀ ਫੈਲੀ ਖੜੀ ਹੈ। ਤੇ ਸਮਝ ਨਹੀਂ ਆਉਂਦੀ ਵੀ ਕਿਸਾਨ ਕੀ ਕਰਨਗੇ। ਤੇ ਹੁਣ ਜਿਸ ਤਰੀਕੇ ਸਾਰੇ ਦੋਸਤ ਕਿਸਾਨ ਵੀਰ ਭਰਾ ਕਣਕ ਦੀ ਬਜਾਏ ਮਕਈ ਵਾਲੀ ਸਾਈਡ ਤੇ ਸ਼ਿਫਟ ਹੁੰਦੇ ਪਏ ਨੇ, ਤੇ ਬਾਅਦ ਦੋਸਤ ਕਹਿੰਦੇ ਨੇ ਆਲੂ ਲਾਵਾਂਗੇ, ਬਾਅਦ ਕਹਿੰਦੇ ਨੇ ਮਟਰੀ ਲਾਵਾਂਗੇ, ਫਿਰ ਮਕਈ ਲਾਵਾਂਗੇ। ਮਤਲਬ 3 ਫਸਲਾਂ ਅਗਰ ਅਸੀਂ ਲਗਾਵਾਂਗੇ ਤਾਂ ਫਿਰ ਪੂਰੀ ਪਵੇਗੀ। ਜੇ ਅਗਰ ਅਸੀਂ ਹੁਣ ਅਗਰ ਪਹਿਲੇ ਲੱਖ ਸਾਨੂੰ ਘਾਟਾ ਪੈ ਗਿਆ ਹੈ ਦਾਈਆਂ 'ਚੋਂ, ਤੇ ਹੁਣ ਅਗਰ ਅਸੀਂ ਕਣਕ ਲਾਣੇ ਤਾਂ ਮਜ਼ੀਦ ਲੱਖ ਪਵੇਗਾ। ਲੇਕਿਨ ਅਸੀਂ ਕਹਿੰਦੇ ਹਾਂ ਵੀ 2 ਫਸਲਾਂ ਲਾ ਲਈਏ, ਹੋ ਸਕਦਾ ਵੀ ਸਾਡਾ ਘਾਟਾ ਪੂਰਾ ਹੋ ਜਾਵੇ। ਲੇਕਿਨ ਇਹ ਵੀ ਸਹੂਲਤ ਉਹਨਾਂ ਵਾਸਤੇ ਜਿਨ੍ਹਾਂ ਦੀ ਜ਼ਾਤੀ ਜ਼ਮੀਨ ਹੈ ਤੇ ਜਿਨ੍ਹਾਂ ਦੀ ਠੇਕੇ 'ਤੇ ਹੈ, ਉਹ ਤਾਂ ਕਈ ਵਿਚਾਰੇ ਰੋਂਦੇ ਵਿਚਾਰੇ ਨੱਸ ਗਏ। ਤੇ ਕੋਈ ਆਪਣਾ ਸਮਾਨ ਛੱਡ ਗਿਆ, ਤੇ ਕੋਈ ਜਨਾਬ ਸਮਾਨ ਲੈ ਕੇ ਨੱਸ ਗਿਆ, ਤੇ ਕੋਈ ਕਰੋੜਾਂ ਰੁਪਏ ਦੇ ਕੇ ਨੱਸ ਗਏ। ਤੇ ਹਾਲਾਤ ਵੀ ਬਹੁਤ ਮਾੜੇ ਨੇ ਕਿਸਾਨ ਵੀਰ ਭਰਾਵਾਂ ਦੇ। ਦੁਆਈ ਕੀਤੀ ਜਾ ਸਕਦੀ ਹੈ। ਇਸੇ ਤਰੀਕੇ ਕਦਮ ਮੇਰਾ ਸਫਰ ਭਾਈ ਉਹਨੇ ਵੀ ਜਨਾਬ ਗੁੱਡ ਬਾਏ ਕਹਿ ਦਿੱਤਾ ਕਣਕ ਨੂੰ। ਤੇ ਹੁਣ ਮੈਨੂੰ ਕੋਈ ਇਜਾਜ਼ਤ, ਤੁਹਾਡਾ ਭਰਾ ਨਹੀਂ ਹੈ। ਅੱਲਾਹ ਹਾਫਿਜ਼, ਪਾਕਿਸਤਾਨ ਜ਼ਿੰਦਾਬਾਦ।